ਪੰਜਾਬ ਸਰਕਾਰ ਤੇ ਬਿਊਰੋਕ੍ਰੇਸੀ ਵਿਚਾਲੇ ਸਟੈਂਡ ਆਫ ਹਜੇ ਵੀ ਜਾਰੀ ਹੈ। ਪੀਸੀਐਸ ਅਫਸਰਾਂ ਨੇ ਇਨ ਮਾਸ ਛੁੱਟੀ ਲਈ ਸੀਗੀ, ਕੰਮ ਤੋਂ ਛੁੱਟੀ ਲੈ ਲਈ। ਉਹਨਾਂ ਨੇ ਕੋਈ ਕੰਮ ਨਹੀਂ ਕਰਨਾ ਹੈ ਕਿਉਂਕਿ ਇੱਕ ਸਹਿਯੋਗੀ ਪੀਸੀਐਸ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ। ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇੱਕ ਅਲੈਜਡ ਕਥਿਤ ਕਰਪਸ਼ਨ ਦੇ ਕੇਸ ਦੇ ਅੰਦਰ, ਜਿਸ ਤੋਂ ਬਾਅਦ ਹੁਣ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵੀ ਜਿਹੜੀ ਲੌਬੀ ਹੈ ਜਾਂ ਉਹਨਾਂ ਦਾ ਜਿਹੜਾ ਸਾਰੀ ਧਿਰ ਹੈ ਉਹ ਵੀ ਇਸ ਚੀਜ਼ ਨੂੰ ਸਮਰਥਨ ਕਰ ਰਹੀ ਹੈਗੀ ਹੈ। ਆਈਏਐਸ ਅਫਸਰਾਂ ਦਾ ਵੀ ਦੂਜੇ ਪਾਸੇ ਕਹਿ ਲਈਏ ਵੀ ਉਹਨਾਂ ਦੀ ਲੌਬੀ ਦਾ ਵੀ ਪੰਜਾਬ ਸਰਕਾਰ ਨਾਲ ਪੂਰਾ ਆੜਾ ਲੱਗਿਆ ਹੋਇਆ ਹੈ, ਕਿਉਂਕਿ ਮਹਿਲਾ ਆਈਏਐਸ ਅਫਸਰ ਦਾ ਇੱਕ ਕਰਪਸ਼ਨ ਘੁਟਾਲੇ ਦੇ ਅੰਦਰ ਨਾਮ ਜਦ ਕਰ ਦਿੱਤਾ ਗਿਆ ਉਹਨਾਂ ਨੂੰ। ਤੇ ਇਹ ਸਟੈਂਡ ਆਫ ਨਾਲ ਜਿਹੜੀ ਸਰਕਾਰ ਦੀ ਫੰਕਸ਼ਨਿੰਗ ਹੈ ਉਹ ਬਿਲਕੁਲ ਖੜੋਤ ਚ ਆ ਗਈ ਹੈ। ਤਾਂ ਅੱਜ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਸਟੈਂਡ ਆਫ ਜਿਹੜਾ ਹੈਗਾ ਸਟੇਲਮੇਟ ਕਹਿ ਲਓ ਸਰਕਾਰ ਤੇ ਬਿਊਰੋਕ੍ਰੇਸੀ ਵਿਚਾਲੇ, ਉਹ ਵੱਧਦਾ ਹੀ ਜਾ ਰਿਹਾ। ਇਸ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਸਰਕਾਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਚਾਹੇ ਉਹ ਪੋਲੀਟੀਕਲੀ ਲਾ ਲਓ ਜਾਂ ਫੰਕਸ਼ਨਿੰਗ ਦੇ ਤੌਰ ਤੇ ਵੀ। ਦੇਖੋ ਸ਼ੁਭਕਰਮਨ, ਇਹ ਮੁੱਦਾ ਜਿਹੜਾ ਸੀ ਇਹ ਪੰਜਾਬ ਦੇ ਪੀਸੀਐਸ ਅਫਸਰਾਂ ਦੀ ਗ੍ਰਿਫਤਾਰੀ, ਇੱਕ ਪੀਸੀਐਸ ਅਫਸਰ ਦੀ ਗ੍ਰਿਫਤਾਰੀ, ਉਸ ਉੱਤੇ ਕਿਹੜਾ ਜਿਹਾ ਭ੍ਰਸ਼ਟਾਚਾਰ ਦਾ ਕੇਸ ਸੀ, ਉਸ ਤੋਂ ਸ਼ੁਰੂ ਹੋਇਆ ਸੀ। ਤੇ ਲੇਕਿਨ ਹੁਣ ਇਹ ਕੇਸ ਜਿਹੜਾ ਹੈ ਉਹ ਪੰਜਾਬ ਦੀ ਜਿਹੜੀ ਸੀਨੀਅਰ ਬਿਊਰੋਕ੍ਰੇਸੀ, ਜਿਸ ਨੂੰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਅਫਸਰ ਕਿਹਾ ਜਾਂਦਾ ਹੈ, ਉਹਨਾਂ ਦੀ ਜਿਹੜੀ ਗੁੱਟਬੰਦੀ ਕਹਿ ਲਈਏ ਜਾਂ ਉਹਨਾਂ ਦੀ ਖੇਮੇਬਾਜ਼ੀ ਜਿਹੜੀ ਹੈ ਉਸ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਤੇ ਉਸ ਤੇ ਜਿਹੜਾ ਦਬਾਅ ਹੈ ਹੁਣ ਮੁੱਖ ਮੰਤਰੀ ਦੇ ਕੋਈ ਸਧਾਰਨ ਪੀਸੀਐਸ ਅਫਸਰਾਂ ਵੱਲੋਂ ਨਹੀਂ, ਬਲਕਿ ਆਈਏਐਸ ਅਫਸਰਾਂ ਦੀ ਬੜੀ ਮਜ਼ਬੂਤ ਲੌਬੀ ਹੈ। ਤੇ ਥੱਲੇ ਤੋਂ ਲੈ ਕੇ ਉੱਤੇ ਤੱਕ ਇਹ ਮੰਨਿਆ ਜਾ ਰਿਹਾ ਕਿ ਇਹ ਜਿਹੜੇ ਅਫਸਰ ਹੈਗੇ ਨੇ ਇਹ ਘਿਓ ਖਿਚੜੀ ਨੇ, ਆਪਸ ਦੇ ਵਿੱਚ ਇਕੱਠੇ ਹੋਏ ਨੇ। ਹਾਲਾਂਕਿ ਇਹ ਜਿਹੜੇ ਆਫਿਸਰਸ ਦੀ ਜਿੰਨੀ ਵੀ ਮੰਗਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਇੱਕ ਟੈਕਨੀਕੀ ਗਰਾਊਂਡ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਸੈਕਸ਼ਨ 17A, ਜਿਸ ਦਾ ਆਪਾਂ ਆਪਣੀ ਬੀਤੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਉਹ ਇੱਕ ਬੜਾ ਵੱਡਾ ਆਧਾਰ ਹੈ। ਕਿਉਂਕਿ ਇਹਨਾਂ ਦਾ ਇਤਰਾਜ਼ ਇਹ ਹੈ ਕਿ ਜਿਹੜੀਆਂ ਬਣਦੀਆਂ ਸੈਂਕਸ਼ਨਸ ਨੇ ਉਹ ਲਏ ਬਗੈਰ ਹੀ ਵਿਜੀਲੈਂਸ ਬਿਊਰੋ ਨੇ ਇਹਨਾਂ ਦੇ ਅਫਸਰਾਂ ਨੂੰ ਨਾਪਣਾ ਤੁੰਨਣਾ ਸ਼ੁਰੂ ਕਰਤਾ ਤੇ ਇਹ ਸਾਰੇ ਅਫਸਰਾਂ ਉੱਤੇ ਲਾਗੂ ਹੁੰਦਾ ਹੈ। ਲੇਕਿਨ ਜਿਹਦੀ ਜ਼ਿਆਦਾ ਟੀਸ ਇਸ ਵਕਤ ਆਈਏਐਸ ਅਫਸਰਾਂ ਦੀ ਦਿਸ ਰਹੀ ਹੈ ਉਹ ਹੈ ਆਈਏਐਸ ਅਧਿਕਾਰੀ ਨੀਲਿਮਾ। ਕਿਉਂਕਿ ਨੀਲਿਮਾ ਜਿਹੜੇ ਹੈਗੇ ਨੇ ਉਹਨਾਂ ਦੇ ਪਤੀ ਵੀ ਦੱਸਿਆ ਜਾ ਰਿਹਾ ਕਿ ਆਈਏਐਸ ਅਫਸਰ ਹੀ ਹੈਗੇ ਨੇ। ਤੇ ਇਹ ਜਿਹੜੀ ਆਈਏਐਸ ਅਫਸਰਾਂ ਦੀ ਜਥੇਬੰਦੀ ਹੈ ਪੰਜਾਬ ਦੀ, ਉਸਨੇ ਇਹ ਪੂਰੀ ਦੀ ਪੂਰੀ ਅੰਦਰ ਖਾਤੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ। ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਜਿਹੜੇ ਅਫਸਰ ਸੀ ਉਹਨਾਂ ਵੱਲੋਂ ਵੀ ਲਗਾਤਾਰ ਇਸ ਚੀਜ਼ ਦਾ ਦਬਾਅ ਹੈ ਕਿ ਨੀਲਿਮਾ ਦੇ ਮੁਤਲਕ ਜਿਹੜੀ ਕਾਰਵਾਈ ਹੈ ਉਸ ਤੇ ਕਿਸੇ ਤਰੀਕੇ ਦੀ ਰੋਕ ਲੱਗ ਸਕੇ। ਹਾਲਾਂਕਿ ਇਸ ਬਾਰੇ ਮੁੱਖ ਮੰਤਰੀ ਨੇ ਜਿਹੜੀ ਰਿਪੋਰਟ ਮੰਗੀ ਸੀ ਉਹ ਮੰਗਲਵਾਰ ਰਾਤ ਹੋਣ ਤੱਕ ਵੀ ਰਿਪੋਰਟ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੋਲ ਪਹੁੰਚੀ ਨਹੀਂ ਸੀ। ਇਹ ਰਿਪੋਰਟ ਵਿਜੀਲੈਂਸ ਬਿਊਰੋ ਤੋਂ ਮੰਗੀ ਗਈ ਸੀ। ਵਿਜੀਲੈਂਸ ਬਿਊਰੋ ਨੇ ਰਿਪੋਰਟ ਦੇ ਵਿੱਚ ਦੱਸਣਾ ਸੀ ਕਿ ਆਈਏਐਸ ਅਫਸਰ ਨੀਲਿਮਾ ਨੂੰ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਜਿਹੜਾ ਵਿਜੀਲੈਂਸ ਬਿਊਰੋ ਨੇ ਮੁਕੱਦਮਾ ਦਰਜ ਕੀਤਾ, ਕੇਸ ਦਰਜ ਕੀਤਾ, ਜਿਸ ਵਿੱਚ ਇੱਕ ਇੰਡਸਟਰੀਅਲ ਪਲਾਟ ਨੂੰ ਕੱਟ ਕੇ ਰਿਹਾਇਸ਼ੀ ਪਲਾਟ, ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਪਲਾਟਾਂ ਦੇ ਵਿੱਚ ਇੱਕ ਕਲੋਨੀ ਦੀ ਸ਼ਕਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕਰਕੇ ਵੇਚਿਆ ਗਿਆ। ਗਲਤ ਉਸ ਦੇ ਲਈ ਪਰਮਿਸ਼ਨਸ ਜਾਂ ਕਹਿ ਲਓ ਵੀ ਬਿਨਾਂ ਐਨਓਸੀ ਕੀਤੇ ਹੀ ਸਭ ਕੁਝ ਕਰਤਾ ਗਿਆ। ਸੋ 1 ਦਰਜਨ ਦੇ ਆਸ-ਪਾਸ ਉਸ ਦੇ ਵਿੱਚ ਲੋਕ ਨਾਮਜ਼ਦ ਸਨ ਸੁੰਦਰ ਸ਼ਾਮ ਅਰੋੜਾ ਦੇ ਸਮੇਤ। ਤੇ ਆਈਏਐਸ ਅਫਸਰ, ਦੇਖੋ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਤਾਂ ਕਿਸੇ ਨੂੰ ਜ਼ਿਆਦਾ ਤਕਲੀਫ ਨਹੀਂ ਹੈ, ਕਿਉਂਕਿ ਮੈਨੂੰ ਲੱਗਦਾ ਕਾਂਗਰਸ ਵੀ ਉਹਦਾ ਸਾਥ ਇਸ ਵਕਤ ਸ਼ਾਇਦ ਉਹਨਾਂ ਨਹੀਂ ਦੇਣਾ ਚਾਹ ਰਹੀ ਹੈ, ਕਿਉਂਕਿ ਪਹਿਲਾਂ ਹੀ ਉਹ ਰੰਗੇ ਹੱਥੀ ਫੜੇ ਜਾ ਚੁੱਕੇ ਨੇ। ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਤਕਰੀਬਨ 9 ਅਫਸਰ ਜਿਹੜੇ ਨੇ ਉਹ ਨਾਮਜ਼ਦ ਹੈਗੇ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਸੀਨੀਅਰ ਪੋਸਟ ਇਹੀ ਤਤਕਾਲੀ ਜਿਹੜੀ ਮੈਨੇਜਿੰਗ ਡਾਇਰੈਕਟਰ ਸੀ ਮਹਿਲਾ ਆਈਏਐਸ ਅਫਸਰ ਨੀਲਿਮਾ, ਇਹ ਸੀ। ਇਸ ਤੋਂ ਇਲਾਵਾ 8 ਜਿਹੜੇ ਅਫਸਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਦੇ ਵਿੱਚੋਂ ਕਈ ਐਗਜ਼ੈਕਟਿਵ ਜਿਹੜੇ ਡਾਇਰੈਕਟਰ ਲੈਵਲ ਦੇ ਲੋਕ ਸਨ, ਪੀਐਸਆਈ ਈਸੀ ਦੇ ਤੇ ਹੋਰ ਲੈਵਲ ਦੇ ਲੋਕ ਸਨ। ਸੋ ਮੈਨੂੰ ਲੱਗਦਾ ਅਫਸਰਾਂ ਦਾ ਜਿਹੜਾ ਜ਼ਿਆਦਾ ਗੁੱਸਾ ਤੇ ਟੀਸ ਜਿਹੜੀ ਇਸ ਵਕਤ ਹੈ ਉਹ ਆਪਣੇ ਭਾਈਚਾਰੇ ਦੇ ਉੱਤੇ ਜਿਹੜੀ ਗਾਜ਼ ਗਿਰਨੀ ਸ਼ੁਰੂ ਹੋਈ ਹੈ। ਜੇ ਸੀਨੀਅਰ ਆਈਏਐਸ ਅਫਸਰਾਂ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਦਾ ਸਾਹਮਣਾ ਕਰਨਾ ਪਏਗਾ, ਉਹਨਾਂ ਦੇ ਮੁਕੱਦਮੇ ਹੋਣਗੇ, ਤਾਂ ਫਿਰ ਮੈਨੂੰ ਲੱਗਦਾ ਬਿਊਰੋਕ੍ਰੇਸੀ ਨੂੰ ਜਿਹੜੀ ਢਾਹ ਵੱਜਦੀ ਹੈ ਜਾਂ ਬਿਊਰੋਕ੍ਰੇਸੀ ਨੂੰ ਲੱਗਦਾ ਵੀ ਸਾਨੂੰ ਜਦੋਂ ਸੇਕ ਪਹੁੰਚਣਾ ਸ਼ੁਰੂ ਹੋਇਆ ਤਾਂ ਅਸੀਂ ਇਕੱਠੇ ਹੋ ਜਾਈਏ, ਲਾਮਬੰਦ ਹੋ ਜਾਈਏ। ਹਾਲਾਂਕਿ ਪਬਲਿਕ ਦੇ ਵਿੱਚ ਇਸਦਾ ਇੱਕ ਬੜਾ ਹੀ ਵੱਖਰਾ ਸੈਂਟੀਮੈਂਟ ਹੈ। ਲੋਕ ਇਹ ਮੰਨ ਰਹੇ ਨੇ ਕਿ ਇਹ ਅਫਸਰ ਜਿਹੜੇ ਹੈਗੇ ਨੇ ਨਜਾਇਜ਼ ਤਰੀਕੇ ਦੇ ਨਾਲ ਦਬਾਅ ਜਿਹੜਾ ਪਾ ਰਹੇ ਨੇ। ਬੇਸ਼ੱਕ ਵਿਜੀਲੈਂਸ ਬਿਊਰੋ ਦੀ ਜਿਹੜੀਆਂ ਕਾਰਵਾਈਆਂ ਕਈ ਮੁਕੱਦਮਿਆਂ ਦੇ ਵਿੱਚ, ਕਈ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਇਹ ਅਬਾਵ-ਦਬਾਰ ਨਹੀਂ ਰਹੀਆਂ ਹੈਗੀਆਂ ਨੇ, ਲੇਕਿਨ ਇਸ ਕੇਸ ਦੇ ਵਿੱਚ ਘੱਟੋ ਘੱਟ ਇਹ ਨਜ਼ਰ ਆ ਰਿਹਾ ਕਿ ਜਿਹੜਾ ਪ੍ਰੈਸ਼ਰ ਹੈ ਨਜਾਇਜ਼ ਹੈ। ਸਿਰਫ ਪ੍ਰੋਸੀਜਰਲ ਗੱਲਾਂ ਬਾਤਾਂ ਨੂੰ ਲੈ ਕੇ, ਸੈਂਕਸ਼ਨ ਦੇ ਵਿਸ਼ੇ ਨੂੰ ਲੈ ਕੇ ਇੱਕ ਇਸ਼ੂ ਬਣਾਇਆ ਜਾ ਰਿਹਾ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਮੁੱਖ ਮੰਤਰੀ ਕੋਲ ਰਿਪੋਰਟ ਪਹੁੰਚਦੀ ਹੈ, ਕਿਉਂਕਿ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਬਿਊਰੋ ਨੇ ਖੁਦ ਹੀ ਬਹੁਤ ਸਾਰਾ ਵੇਰਵਾ ਜਿਹੜਾ ਸੀ ਸੰਬੰਧਿਤ ਸਕੱਤਰ ਨੂੰ ਨਹੀਂ ਦਿੱਤਾ, ਜਿਸਨੇ ਕਿ ਅੱਗੇ ਰਿਪੋਰਟ ਨੂੰ ਮੁੱਖ ਮੰਤਰੀ ਨੂੰ ਦੇਣਾ ਸੀ। ਸੋ ਵਿਜੀਲੈਂਸ ਬਿਊਰੋ ਦੇ ਕੀ ਕੇਸ ਤਿਆਰ ਕੀਤਾ ਹੈ ਆਈਏਐਸ ਅਫਸਰ ਨੀਲਿਮਾ ਦੇ ਖਿਲਾਫ, ਕੀ ਉਹਨਾਂ ਕੋਲ ਸਬੂਤ ਹੈਗੇ ਨੇ,
ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਹਲੇ ਮੁਕੱਦਮਾ ਸ਼ੁਰੂ ਨਹੀਂ ਹੋਇਆ, FIR ਦਰਜ ਨਹੀਂ ਹੋਈ। ਇਸ ਤੋਂ ਪਹਿਲਾਂ ਹੀ ਇਸ ਕੇਸ ਦਾ ਇੱਕ ਟ੍ਰਾਇਲ ਜਿਹੜਾ ਹੈ ਉਹ IAS ਅਫਸਰਾਂ ਦੀ ਜਥੇਬੰਦੀਆਂ ਦੇ ਸ਼ਕਲ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਮਜਲਿਸ ਜਿਹੜੀ ਹੈ ਲਗਾ ਲਈ ਹੈ ਤੇ ਜਿਸ ਵਿੱਚ ਹੁਣ ਉਹ ਫਰਮਾਨ ਖੁਦ ਹੀ ਜਾਰੀ ਕਰ ਰਹੇ ਨੇ। ਮੁੱਦਾ ਇੱਕ ਸੈਂਕਸ਼ਨ ਦੇ ਵਿਸ਼ੇ ਦਾ ਹੈ, ਲੇਕਿਨ ਕਿਤੇ ਨਾ ਕਿਤੇ ਇਸ IAS ਅਫਸਰ ਦੇ ਪਿੱਛੇ ਪੂਰੀ ਦੀ ਪੂਰੀ ਮਜ਼ਬੂਤ ਬਿਊਰੋਕ੍ਰੇਸੀ ਦੀ ਲੌਬੀ ਆ ਕੇ ਖੜੀ ਹੋ ਚੁੱਕੀ ਹੈ। ਜੀ ਰਿਤੇਸ਼ ਜੀ, ਇੱਕ ਮੁੱਦਾ ਤਾਂ ਵਿਜੀਲੈਂਸ ਦਾ ਲੱਗ ਰਿਹਾ ਹੈ ਵੀ ਪਰਚੇ ਹੋਏ ਨੇ, ਜਿਸ ਤੋਂ ਬਾਅਦ PCS ਲੌਬੀ, IAS ਲੌਬੀ ਆਪਦੇ ਲੈਵਲ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ। ਕੀ ਇਸ ਦੇ ਨਾਲ ਹੋਰ ਵੀ ਮੁੱਦੇ ਟੇਕ ਅਪ ਕਰੇ ਜਾ ਰਹੇ ਸਰਕਾਰ ਦੇ ਨਾਲ, ਜਿਸ ਤੋਂ ਅਫਸਰਸ਼ਾਹੀ ਨਾ ਖੁਸ਼ ਹੈ? ਹਾਲ ਹੀ ਦੇ ਵਿੱਚ ਆਪਾਂ ਪਿੱਛੇ ਵੀ ਸੈਗਮੈਂਟ ਕੀਤੇ ਸੀ ਵੀ ਕਿਵੇਂ ਜਿਹੜੇ ਹੈਗੇ ਆ, ਜਿਹੜੇ ਬੰਦੇ ਸਰਕਾਰ ਗੈਰ ਸਰਕਾਰੀ ਬੰਦੇ ਨੇ, ਉਹ ਸਰਕਾਰੀ ਮੀਟਿੰਗਾਂ 'ਚ ਭਾਗ ਲੈ ਰਹੇ ਨੇ ਤੇ ਅਫਸਰਾਂ ਨੂੰ ਡਿਕਟੇਟ ਵੀ ਕਰ ਰਹੇ ਨੇ। ਤੁਹਾਨੂੰ ਲੱਗਦਾ ਇਹੋ ਜਿਹੇ ਮੁੱਦੇ ਵੀ ਕੀ ਪਤਾ ਇਸ ਦੇ ਸਾਰੇ ਵਿੱਚ ਆ ਸਕਦੇ ਨੇ? ਦੇਖੋ, ਚੰਗੀ ਗੱਲ ਹੁੰਦੀ ਜੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਤੇ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਲਾਮਬੰਦੀ ਹੁੰਦੀ, ਲੇਕਿਨ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਵਿਸ਼ਿਆਂ ਦੇ ਨਾਲ ਅਫਸਰਾਂ ਨੂੰ ਆਪਣੀ ਕੰਮ ਕਰਨ ਦੇ ਉੱਤੇ ਕੋਈ ਅਸਰ ਉਸ ਤਰੀਕੇ ਦਾ ਨਹੀਂ ਪੈਂਦਾ। ਸੂਬੇ ਦੇ ਉੱਤੇ, ਸਰਕਾਰ ਦੇ ਉੱਤੇ ਇਲੈਕਟਿਡ ਜਿਹੜੀ ਗਵਰਨਮੈਂਟ ਹੈਗੀ ਹੈ, ਉਸਦੇ ਨੁਮਾਇੰਦੇ ਹੈਗੇ ਨੇ, ਉਹਨਾਂ ਦੀ ਜਵਾਬਦੇਹੀ ਲੋਕਾਂ ਦੇ ਪ੍ਰਤੀ ਹੈ ਤੇ ਉਹਨਾਂ ਨੂੰ ਇਹਨਾਂ ਦੇ ਜਵਾਬ ਦੇਣੇ ਔਖੇ ਸੀ। ਲੇਕਿਨ ਅਫਸਰਾਂ ਨੂੰ ਇਹਦੇ ਵਿੱਚ ਕੋਈ ਹਰਜ ਨਹੀਂ ਹੁੰਦਾ, ਐਜ਼ ਲੌਂਗ ਐਜ਼ ਜਦ ਤੱਕ ਉਹਨਾਂ ਦੀ ਆਪਣੀ ਜਿਹੜੀ ਕੰਮ ਕਰਨ ਦੀ ਕੈਪੈਸਿਟੀ ਹੈ ਉਹਦੇ ਵਿੱਚ ਕੋਈ ਵਿਘਨ ਨਾ ਪਏ। ਲੇਕਿਨ ਇਸ ਕੇਸ ਦੇ ਵਿੱਚ ਮਾਮਲਾ ਗੰਭੀਰ ਹੈ ਕਿਉਂਕਿ ਭ੍ਰਿਸ਼ਟਾਚਾਰ ਦੇ ਕੇਸਿਸ ਹੈਗੇ ਨੇ ਤੇ ਜੇ ਇੱਕ ਅਫਸਰ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਹੋ ਜਾਂਦੀ ਹੈ, ਪੁਲੰਦੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ, ਤਾਂ ਭਵਿੱਖ ਦੇ ਲਈ ਇੱਕ ਪ੍ਰੈਸੀਡੈਂਟ ਸੈੱਟ ਹੋਏਗਾ। ਇੱਥੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਮੌਜੂਦਾ ਚੀਫ ਸਕੱਤਰ ਨੇ, ਹੁਣ ਇਹ ਗੱਲ ਮੈਂ ਕੱਲ ਵੀ ਕਰਨਾ ਚਾਹੁੰਦਾ ਸੀ ਲੇਕਿਨ ਵੀ ਸਕਿਪ ਦੈਟ, ਵੀ ਪੰਜਾਬ ਦੇ ਮੌਜੂਦਾ ਜਿਹੜੇ ਚੀਫ ਸਕੱਤਰ ਨੇ VK ਜੰਜੂਆ ਨੂੰ ਸਾਲ 2009 ਦੇ ਵਿੱਚ ਵਿਜੀਲੈਂਸ ਬਿਊਰੋ ਨੇ 2 ਲੱਖ ਰੁਪਏ ਰੰਗੇ ਹੱਥੀਂ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਸੀ। ਇਹ ਬਹੁਤ ਘੱਟ ਲੋਕਾਂ ਨੂੰ ਪਤਾ। ਜਦੋਂ VK ਜੰਜੂਆ ਪੰਜਾਬ ਦੇ ਚੀਫ ਸਕੱਤਰ ਬਣਦੇ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ, ਉਸ ਵਕਤ ਇਹ ਚਰਚਾਵਾਂ ਹੋਈਆਂ। ਹੁਣ VK ਜੰਜੂਆ ਦਾ ਕੇਸ ਕੀ ਸੀ? ਬਿਲਕੁਲ ਸੇਮ ਡਿਟੋ ਕੇਸ ਸੀ। ਹਾਲਾਂਕਿ ਇਸ ਕੇਸ ਦੇ ਵਿੱਚ ਕੁਝ ਵੱਧ ਘੱਟ ਗੱਲਾਂ ਹੈਗੀਆਂ ਨੇ, ਲੇਕਿਨ ਉਸ ਕੇਸ ਦੇ ਵਿੱਚ ਤਾਂ ਵਿਜੀਲੈਂਸ ਬਿਊਰੋ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਕਥਿਤ ਤੌਰ ਤੇ, ਇੱਕ ਐਲੀਗੇਸ਼ਨ ਸੀ, ਕਥਿਤ ਤੌਰ ਤੇ ਸੀ, ਲੇਕਿਨ ਇੱਕ ਟਰੈਪ ਦਾ ਕੇਸ ਸੀ ਜਿਸ ਵਿੱਚ ਕੀ VK ਜੰਜੂਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਅਰੈਸਟ ਕੀਤਾ ਗਿਆ। ਡਾਇਰੈਕਟਰ ਇੰਡਸਟਰੀ ਸੀ, ਲੁਧਿਆਣਾ ਦਾ ਇੱਕ ਇੰਡਸਟਰੀਅਲਿਸਟ ਸੀ। ਉਸ ਤੋਂ 2 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਦੀ ਕਥਿਤ ਮੰਗ ਕੀਤੀ ਗਈ ਸੀ ਤੇ ਉਸ ਨੂੰ ਲੈਣ ਦੇਣ ਦੇ ਚੱਕਰ 'ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਇਆ ਜਾਂਦਾ। ਲੇਕਿਨ ਉਸ ਤੋਂ ਬਾਅਦ ਹੋਇਆ ਕਿ 6 ਸਾਲ ਤੱਕ ਮੁਕੱਦਮੇਬਾਜ਼ੀ ਚੱਲੀ ਤੇ VK ਜੰਜੂਆ ਨੇ ਸੇਮ ਉਹੀ ਪਲੀ ਲੈ ਲਈ ਜੋ ਕਿ ਅੱਜ ਅਫਸਰ ਸੈਕਸ਼ਨ 17A ਦੀ ਲੈ ਰਹੇ ਨੇ। ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੇ IAS ਅਫਸਰ ਹੈਗੇ ਨੇ, ਕਿਉਂਕਿ ਇਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਹੁੰਦੀ ਹੈ, ਸੋ VK ਜੰਜੂਆ ਨੇ ਜੋ ਅਦਾਲਤ ਦੇ ਵਿੱਚ ਪਲੀ ਲਈ ਸੀ ਉਹ ਵੀ ਇਸੇ ਤਕਨੀਕੀ ਆਧਾਰ ਦੇ ਉੱਤੇ ਸੀ। ਇਹ ਵਿਸ਼ਾ 2015 ਦੇ ਵਿੱਚ ਖਤਮ ਹੁੰਦਾ ਹੈ ਤੇ VK ਜੰਜੂਆ ਨੂੰ ਕੇਸ ਦੇ ਵਿੱਚੋਂ ਡਿਸਚਾਰਜ ਕਰਤਾ ਗਿਆ। ਮੋਹਾਲੀ ਦੀ ਅਦਾਲਤ ਨੇ VK ਜੰਜੂਆ ਨੂੰ ਡਿਸਚਾਰਜ ਕਰਤਾ ਤੇ ਉਸ ਤੋਂ 7 ਸਾਲ ਬਾਅਦ VK ਜੰਜੂਆ ਪੰਜਾਬ ਦੇ ਮੁੱਖ ਸਕੱਤਰ ਬਣ ਜਾਂਦੇ ਨੇ। ਹੁਣ VK ਜੰਜੂਆ ਨੇ ਸੈਕਸ਼ਨ 19 ਆਫ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ ਉਸ ਨੂੰ ਸਾਈਟ ਕੀਤਾ, ਉਸ ਨੂੰ ਕੋਟ ਕੀਤਾ। ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ IAS ਅਫਸਰ ਹਾਂ, ਮੈਂ ਤਾਂ ਸੈਂਟਰਲ ਪੂਲ ਦਾ ਅਫਸਰ ਹੈ ਤੇ ਮੈਨੂੰ ਤਾਂ ਮੇਰੀ ਤਾਂ ਜਿਹੜੀ ਸੇਵਾਵਾਂ ਹੈਗੀਆਂ ਨੇ ਉਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ। तो जे मेरे खिलाफ कोई भी तुसी उस केस च होया कि सी भी VK जंजुआ के खिलाफ मुकदमा दर्ज करन दी कार्रवाई दी जेड़ी सैंक्शन है, अनुमति है बाकायदा विजिलेंस ब्यूरो ने पंजाब सरकार तो ले ली सी, लेकिन VK जंजुआ साहब ने केस से बनाया कि जी मेरी सैंक्शन पंजाब सरकार तो कोई मतलब नहीं, मेरी तो सैंक्शन तुसी जाके दिल्ली तो लैके आओ। जदों कि 1999 तो VK जंजुआ पंजाब दे एक चीफ सकत्तर सन। ਇਹ ਪਲੀ ਬਣਾ ਕੇ 2009 ਤੋਂ ਲੈ ਕੇ 2015 ਤੱਕ ਇਸ ਕੇਸ ਨੂੰ ਘਸੀਟਿਆ ਗਿਆ ਤੇ 15 ਵਿੱਚ ਜਾ ਕੇ ਮੋਹਾਲੀ ਦੀ ਕੋਰਟ ਨੇ ਫੈਸਲਾ VK ਜੰਜੂਆ ਦੇ ਹੱਕ ਦੇ ਵਿੱਚ ਇਹ ਸੁਣਾਇਆ। ਉਹਨਾਂ ਨੇ ਇਹ ਨਹੀਂ ਕਿਹਾ ਕਿ VK ਜੰਜੂਆ ਇਸ ਕੇਸ ਦੇ ਵਿੱਚ ਔਨ ਮੈਰਿਟ ਪਾਕ ਸਾਫ ਨਿਕਲਦੇ ਨੇ। ਉਹਨਾਂ ਨੇ ਇਹ ਕਿਹਾ ਕਿ VK ਜੰਜੂਆ ਦੀ ਜਿਹੜੀ ਗਰਾਊਂਡ ਹੈ, ਟੈਕਨੀਕਲ ਗਰਾਊਂਡ ਹੈ, ਉਹ ਠੀਕ ਹੈ ਤੇ ਇਹ ਜਿਹੜੀ ਸੈਂਕਸ਼ਨ ਹੈ ਇਸ ਨੂੰ ਕੇਂਦਰ ਸਰਕਾਰ ਤੋਂ, ਸੈਂਟਰਲ ਸਰਕਾਰ ਤੋਂ ਲੈਣ ਦੀ ਲੋੜ ਹੈ। ਜੇ ਸੈਂਟਰਲ ਸਰਕਾਰ ਇਸ ਸੈਂਕਸ਼ਨ ਨੂੰ ਦੇ ਦਿੰਦੀ ਹੈ ਤਾਂ ਫਿਰ ਇਹ ਮੁਕੱਦਮਾ ਨਵੇਂ ਸਿਰੇ ਤੋਂ ਇਸ ਦੀਆਂ ਹੀਅਰਿੰਗ ਸ਼ੁਰੂ ਹੋਣਗੀਆਂ। लेकिन 2015 ਦਾ ਉਹ ਦਿਨ ਗਿਆ ਤੇ ਉਹ ਫੈਸਲਾ ਉੱਥੇ ਦਾ ਉੱਥੇ ਖੜਾ ਤੇ ਉਸ ਤੋਂ ਬਾਅਦ 2022 ਆ ਚੁੱਕਾ ਹੈ, ਵਿੱਚ 2018 ਦੀ ਇੱਕ ਇੰਪੋਰਟੈਂਟ ਜਜਮੈਂਟ ਵੀ ਸੁਪਰੀਮ ਕੋਰਟ ਦੀ ਆਈ ਹੈ। ਲੇਕਿਨ ਨਾ ਤਾਂ VK ਜੰਜੂਆ ਦੇ ਖਿਲਾਫ ਉਸ ਕੇਸ ਨੂੰ ਦੁਬਾਰਾ ਖੋਲਿਆ ਗਿਆ, ਨਾ ਹੀ ਕਿਸੇ ਨੇ ਭਵਿੱਖ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਦੀ ਕੋਈ ਗੱਲ ਕੀਤੀ। ਤੇ ਅੱਜ ਸਥਿਤੀ ਇਹ ਹੈ ਕਿ ਪੰਜਾਬ ਦੀ ਅਫਸਰਸ਼ਾਹੀ, ਪੂਰੀ ਅਫਸਰਸ਼ਾਹੀ PCS ਤੋਂ ਲੈ ਕੇ IAS ਅਫਸਰਾਂ ਤੱਕ ਜਦ ਸਰਕਾਰ ਦੇ ਜਾਂ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਖਿਲਾਫ ਅੜ ਚੁੱਕੇ ਨੇ। ਪੰਜਾਬ ਦੀ ਟੌਪ ਮੋਸਟ ਬਿਊਰੋਕ੍ਰੈਟਿਕ ਜਿਹੜੀ ਸੀਟ ਹੈ ਉਸ ਉੱਤੇ ਵੀ ਇੱਕ ਅਜਿਹਾ ਸ਼ਖਸੀ ਕਾਬਜ਼ ਹੈ ਜੋ ਖੁਦ ਵਿਜੀਲੈਂਸ ਬਿਊਰੋ ਦੀ ਕਾਰਵਾਈ ਦਾ ਭੁਗਤ ਭੋਗੀ ਰਹਿ ਚੁੱਕਾ ਅੱਜ ਤੋਂ 13 ਸਾਲ ਪਹਿਲਾਂ। ਸੋ ਜਿਵੇਂ ਕਹਿੰਦੇ ਨਾ ਕਿ ਹਰ ਸ਼ਾਖ पे उल्लू बैठा है, अंजाम गुलस्तां क्या होगा, ਉਹੀ परिस्थिति ਅੱਜ ਪੰਜਾਬ ਦੀ ਹੈ ਜਿਸ ਦੇ ਕਿ ਮੁੱਖ ਸਕੱਤਰ ਵੀ ਵਿਜੀਲੈਂਸ ਬਿਊਰੋ ਦੇ ਟਰੈਪ ਦੇ ਵਿੱਚ 13 ਸਾਲ ਪਹਿਲਾਂ ਫੜੇ ਜਾ ਚੁੱਕੇ ਨੇ। ਇਹਨਾਂ ਹੀ ਕਾਨੂੰਨੀ ਨੁਕਤਿਆਂ ਨੂੰ ਜਾਂ ਸੈਂਕਸ਼ਨ ਦੇ ਵਿਸ਼ੇ ਨੂੰ ਹੀ ਸਵਾਲ ਬਣਾ ਕੇ ਅਦਾਲਤ ਵਿੱਚ ਉਹਨਾਂ ਨੂੰ ਰਿਲੀਫ ਮਿਲੇ ਨੇ। ਲੇਕਿਨ ਅਦਾਲਤ ਨੇ ਇਹ ਨਹੀਂ ਕਿਹਾ ਸੀਗਾ ਕਿ ਕਦੇ
ਇਹ ਵੱਖਰੀ ਗੱਲ ਹੈ ਵੀ ਇਹ ਸਵਾਲ ਉਸ ਵਕਤ ਦੀਆਂ ਸਰਕਾਰਾਂ ਤੋਂ 2015 ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਸੀ, 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਸਿਰੇ ਹੀ ਲਾਤਾ ਤੇ ਵੀਕੇ ਜਜਵਾ ਸਾਹਿਬ ਪੰਜਾਬ ਦੇ ਮੁੱਖ ਸਕੱਤਰ ਵੀ ਬਣ ਜਾਂਦੇ ਨੇ। ਸੋ ਜਦੋਂ ਇਹ ਸਾਡੇ ਸਾਹਮਣੇ ਪ੍ਰੈਸੀਡੈਂਟ ਹੋਣ ਤਾਂ ਅੱਜ ਆਪਾਂ ਇਹ ਜਿਹੜੀ ਲੜਾਈ ਵੇਖਣਾ ਤਾਂ ਬੜੀ ਛੋਟੀ, ਇਸ ਤੋਂ ਵੱਡੇ ਕੇਸਾਂ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਕਾਰਵਾਈਆਂ ਹੈਗੀਆਂ ਨੇ ਉਹ ਅਦਾਲਤਾਂ ਦੇ ਵਿੱਚ ਜਿਹੜੇ ਸੀਨੀਅਰ ਬਿਊਰੋਕਰੇਟਸ ਨੇ ਇਹਨਾਂ ਦੇ ਹੱਕਾਂ ਵਿੱਚ ਭੁਗਤੀਆਂ ਨੇ। ਸੋ ਉਹਨਾਂ ਫਕਤਾਂ ਦੇ ਵਿੱਚ ਕਿਸੇ ਨੇ ਆਵਾਜ਼ ਨਹੀਂ ਚੁੱਕੀ, ਇਹ ਸਵਾਲ ਨਹੀਂ ਉੱਠੇ। ਸੋ ਅੱਜ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਹੁਣ ਸਾਰੀ ਦੀ ਸਾਰੀ ਅਫਸਰਸ਼ਾਹੀ ਲਾਮਬੰਦ ਹੋ ਹੀ ਚੁੱਕੀ ਹੈ। ਜੀ ਰਿਤੇਸ਼ ਜੀ, ਗੱਲ ਹੋਰ ਦੇਖਣ ਵਾਲੀ ਹੈ ਵੀ ਕੋਈ ਵੀ ਮੰਤਰੀ ਜਿਹੜੇ ਹੈਗੇ ਕੈਬਨਿਟ ਮੰਤਰੀ ਹੈਗੇ ਨੇ ਉਹ ਸੀਐਮ ਦੇ ਇਸ ਫੈਸਲੇ ਨੂੰ ਜਾਂ ਇਸ ਕਾਰਵਾਈਆਂ ਨੂੰ ਡਿਫੈਂਡ ਨਹੀਂ ਕਰ ਰਿਹਾ ਹੈਗਾ। ਆਮ ਤੌਰ ਤੇ ਬਾਕੀ ਤਾਂ ਸਾਰੇ ਲੌਬੀਜ਼ ਹੈਗੀਆਂ ਲਾਮਬੰਦ ਹੋ ਗਈਆਂ, ਇਕੱਠੇ ਹੋ ਗਏ ਨੇ, ਪਰ ਜਿਹੜੀ ਸਰਕਾਰ ਦੀ ਆਪਦੇ ਜਿਹੜੇ ਕੈਬਨਿਟ ਹੈ ਉਹਨਾਂ ਵੱਲੋਂ ਵੀ ਕਿਸੇ ਵੱਲੋਂ ਵੀ ਸਾਰੀ ਜਿਹੜੀ ਘਟਨਾਵਾਂ ਚੱਲ ਰਹੀਆਂ ਨੇ ਕੋਈ ਬਿਆਨ ਨਹੀਂ ਆਇਆ ਜਾਂ ਸੀਐਮ ਦੇ ਡਿਸੀਜਨਸ ਨੂੰ, ਕਿਉਂਕਿ ਵਿਜੀਲੈਂਸ ਵਿਭਾਗ ਸੀਐਮ ਕੋਲੇ ਹੈਗਾ, ਉਹਨਾਂ ਦੇ ਇਸ ਚੀਜ਼ ਨੂੰ ਡਿਫੈਂਡ ਕਰਨ ਦੀ ਕੋਈ ਗੱਲ। ਕਿਸ ਦਾ ਕਾਰਨ ਇਹ ਹੈ ਵੀ ਜਦੋਂ ਕ੍ਰੈਡਿਟ ਆਉਂਦਾ ਸਾਰਾ ਭਗਵੰਤ ਮਾਨ ਨੂੰ ਜਾਂਦਾ ਤਾਂ ਉਹਨੂੰ ਕਹਿ ਰਿਹਾ ਵੀ ਜੇ ਕੁਝ ਗੜਬੜ ਹੋ ਰਹੀ ਹੈ ਜਾਂ ਸਰਕਾਰ ਨਹੀਂ ਸਹੀ ਤਰੀਕੇ ਨਾਲ ਜੇ ਚੱਲ ਪਾ ਰਹੀ ਹੈਗੀ ਹੈ, ਥੋੜਾ ਬਹੁਤ ਉਹਦੇ ਚ ਰੁਕਾਵਟਾਂ ਆ ਰਹੀਆਂ ਨੇ, ਵੱਡੇ ਚੁਣੌਤੀਆਂ ਆ ਰਹੀਆਂ, ਤਾਂ ਉਹ ਵੀ ਭਗਵੰਤ ਮਾਨ ਆਪ ਹੀ ਦੇਖਣ। ਦੇਖੋ ਜੀ, ਇੱਥੇ ਇੱਕ ਚੀਜ਼ ਸਮਝਣ ਦੀ ਗੱਲ ਹੈ ਵੀ ਪੂਰੇ ਦਾ ਪੂਰਾ ਜਿਹੜਾ ਕਲੈਸ਼ ਹੈ ਉਹ ਤਕਰਾਰ ਹੈਗੀ ਵਿਜੀਲੈਂਸ ਬਿਊਰੋ ਦੀ ਪੰਜਾਬ ਦੀ ਅਫਸਰਸ਼ਾਹੀ ਦੇ ਖਿਲਾਫ। ਤੇ ਅਫਸਰਸ਼ਾਹੀ ਦੇ ਖਿਲਾਫ ਲੜਾਈ ਨਹੀਂ ਸੀ, ਲੜਾਈ ਇੱਕ ਜਾਂ ਦੋ ਕਰਪਟ ਅਫਸਰਾਂ ਦੇ ਖਿਲਾਫ ਸੀ, ਉਹ ਅਫਸਰ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ। ਕਿਉਂਕਿ ਜੇ ਨੀਲਿਮਾ ਆਈਐਸ ਨੀਲਿਮਾ ਦੋਸ਼ੀ ਨਹੀਂ ਹੈ ਤਾਂ ਫਿਰ ਸੁੰਦਰ ਸ਼ਾਮ ਅਰੋੜਾ ਵੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ, ਜਾਂ ਫਿਰ ਉਹ ਜਿਹੜੇ 8 ਹੋਰ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਮੈਂ ਬਾਰ-ਬਾਰ ਕਿਹਾ, ਆਪਾਂ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਚਰਚਾ ਕੀਤੀ ਸੀ ਕਿ ਮੈਨੂੰ ਇਸ ਚੀਜ਼ ਦਾ ਪਹਿਲਾਂ ਤੋਂ ਹੀ ਥੋੜਾ ਜਿਹਾ ਅੰਦਾਜ਼ਾ ਲੱਗ ਰਿਹਾ ਸੀ ਕਿ ਇਸ ਉੱਤੇ ਰਿਐਕਸ਼ਨ ਹੋ ਸਕਦਾ, ਹਾਲਾਂਕਿ ਇਸ ਸ਼ਕਲ ਦੇ ਵਿੱਚ ਹੋਏਗਾ ਪਤਾ ਨਹੀਂ ਸੀ, ਲੇਕਿਨ ਇਹ ਪਹਿਲੀ ਵੱਡੀ ਕਾਰਵਾਈ ਸੀ ਜਿਹੜਾ ਆਪਾਂ ਗੁਲਮੋਹਰ ਕੰਪਨੀ ਵਾਲੀ ਜਿਹੜਾ ਕੇਸ ਦੇਖਿਆ, ਇੰਡਸਟਰੀਅਲ ਪਲਾਟ ਜਿਸ ਵਿੱਚ ਕਿ ਅਫਸਰਾਂ ਦੇ ਉੱਤੇ ਗਾਜ਼ ਗਿਰੀ ਹੈ, ਉਹਦੇ ਵਿੱਚ ਐਡੇ ਵੱਡੇ ਪੱਧਰ ਉੱਤੇ ਅਫਸਰਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ, ਵਿਜੀਲੈਂਸ ਬਿਊਰੋ ਨੇ ਅਰੈਸਟ ਕੀਤੇ ਨੇ। ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਖਿਲਾਫ ਇੱਕ ਮੋਰਚਾ ਖੁੱਲ ਜਾਂਦਾ ਹੈ, ਪੀਸੀਐਸ ਅਫਸਰ ਉਸ ਦੇ ਖਿਲਾਫ ਹੋ ਜਾਂਦੇ ਨੇ, ਆਈਐਸ ਅਫਸਰ ਤਾਂ ਇਸੇ ਕੇਸ ਦੇ ਵਿੱਚ ਨੀਲਿਮਾ ਜਿਹੜੀ ਆਈਐਸ ਅਧਿਕਾਰੀ ਹੈ ਉਸ ਤੋਂ ਪਰੇਸ਼ਾਨ ਹੋ ਕੇ। ਹੁਣ ਸਵਾਲ ਇਹ ਪੈਦਾ ਜ਼ਰੂਰ ਹੁੰਦਾ ਹੈ ਤੇ ਸਮਝ ਤੋਂ ਬਾਹਰ ਇਹ ਗੱਲ ਵੀ ਕਾਫੀ ਹੱਦ ਤੱਕ ਸਾਡੇ ਹੈਗੀ ਹੈ ਕਿ ਅਫਸਰਾਂ ਨੂੰ, ਇੱਕ ਅਫਸਰ ਨੂੰ ਇਸ ਲੈਵਲ ਤੇ ਡਿਫੈਂਡ ਕਰਨ ਦੀ ਕੀ ਲੋੜ ਹੈ। ਲੜਾਈ ਵਿਜੀਲੈਂਸ ਬਿਊਰੋ ਦੇ ਨਾਲ ਅਫਸਰਾਂ ਨੇ ਖੁਦ ਸ਼ੁਰੂ ਕੀਤੀ ਹੈ, ਮਤਲਬ ਵਿਜੀਲੈਂਸ ਬਿਊਰੋ ਨੇ ਆਪਣੀ ਕਾਰਵਾਈ ਕੀਤੀ, ਇੱਕ ਜਾਂ ਦੋ ਭ੍ਰਿਸ਼ਟ ਅਫਸਰ, ਉਹਨਾਂ ਦਾ ਕੰਮ ਹੈ, ਉਹਨਾਂ ਨੇ ਤਹਿਸੀਲਦਾਰਾਂ ਨੂੰ ਫੜਨਾ, ਉਹਨਾਂ ਨੇ ਅੱਜ ਤੁਸੀਂ ਦੇਖੋ ਵੀ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰਸ ਹੈਗੇ ਨੇ, ਉਹ ਆਫੀਸਰ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਮਰਥਨ ਦਿੱਤਾ ਹੈ। ਪਹਿਲਾਂ ਤੋਂ ਹੀ ਜਿਹੜੀ ਪਟਵਾਰੀਆਂ ਦੀ ਯੂਨੀਅਨਸ ਰਹੀਆਂ ਨੇ ਉਹ ਹਮੇਸ਼ਾ ਹੀ ਵਿਜੀਲੈਂਸ ਬਿਊਰੋ ਦੇ ਖਿਲਾਫ ਰਹੀਆਂ ਨੇ। ਸੋ ਵਿਜੀਲੈਂਸ ਬਿਊਰੋ ਜੇ ਆਪਣਾ ਕੰਮ ਆਪਣੇ ਤਰੀਕੇ ਦੇ ਨਾਲ ਕਰਨ ਤੇ ਆਏਗਾ ਤਾਂ ਉਸ ਦੀ ਮੁਖਾਲਫਤ ਹੋਏਗੀ ਹੀ ਹੋਏਗੀ, ਉਹ ਸਹੀ ਕਰਨ ਗਲਤ ਕਰਨ, ਲੇਕਿਨ ਇਹ ਫੈਕਟ ਹੈ ਕਿ ਇਹ ਅਫਸਰਸ਼ਾਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਵਿਜੀਲੈਂਸ ਬਿਊਰੋ ਤੋਂ। ਸੋ ਵਿਜੀਲੈਂਸ ਬਿਊਰੋ ਨੂੰ ਕੰਮ ਇਹ ਲੋਕ ਕਰਨ ਨਹੀਂ ਦੇਣਾ ਚਾਹੁੰਦੇ। ਕਲੈਸ਼ ਮੁੱਖ ਮੰਤਰੀ ਦੇ ਨਾਲ ਉਵੇਂ ਦਾ ਨਹੀਂ ਹੈ, ਲੇਕਿਨ ਦੁਚਿੱਤੀ ਮੁੱਖ ਮੰਤਰੀ ਦੀ ਜਾਂ ਇਸ ਵਕਤ ਟਾਈਟ ਸਪੌਟ ਦੇ ਵਿੱਚ ਮੁੱਖ ਮੰਤਰੀ ਇਸ ਵਾਸਤੇ ਨੇ ਕਿਉਂਕਿ ਅਲਟੀਮੇਟਲੀ ਇਸ ਸਿਚੁਏਸ਼ਨ ਨੂੰ ਰਿਜ਼ੋਲਵ ਉਹਨਾਂ ਨੇ ਕਰਾਣਾ ਹੈ। ਜੇ ਉਹ ਆਪਣੇ ਪੈਰ ਪਿੱਛੇ ਲੈਂਦੇ ਨੇ, ਯਾਨੀ ਕਿ ਬੈਕਫੁੱਟ ਤੇ ਆਉਂਦੇ ਨੇ, ਇਹ ਕਹਿੰਦੇ ਨੇ ਕਿ ਅਫਸਰ ਨੂੰ ਗਲਤ ਤਰੀਕੇ ਦੇ ਨਾਲ, ਹਾਲਾਂਕਿ ਇਸ ਕੇਸ ਦੇ ਵਿੱਚ ਇਨਕੁਆਇਰੀ ਹੋਏਗੀ ਤੇ ਜੇ ਤੁਸੀਂ ਇਹ ਸੋਚੋ ਵੀ ਜੇ ਮੰਨ ਲਓ ਇਹ ਪਾਇਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਜਿਹੜਾ ਸੈਕਸ਼ਨ 17 ਇਹਦੇ ਤਹਿਤ ਸੈਂਕਸ਼ਨ ਨਹੀਂ ਲਈ ਤੇ ਇਹ ਗਲਤ ਕੀਤਾ, ਇਹ ਤਾਂ ਚਲੋ ਇੱਕ ਪ੍ਰੋਸੀਜਰਲ ਲੈਪਸ ਹੋ ਗਿਆ। ਲੇਕਿਨ ਜੇ ਉਸ ਤੋਂ ਬਾਅਦ ਉਹਨਾਂ ਨੂੰ ਕੇਸ ਵਾਪਸ ਲੈਣਾ ਪੈ ਜਾਂਦਾ ਹੈ ਜਾਂ ਆਈਐਸ ਨੀਲਿਮਾ ਦੇ ਖਿਲਾਫ ਕੇਸ ਨੂੰ ਕੁਆਸ਼ ਕਰਨਾ ਪੈ ਜਾਂਦਾ ਹੈ, ਇਸ ਤਰੀਕੇ ਤਰ੍ਹਾਂ ਨਰਿੰਦਰ ਧਾਲੀਵਾਲ ਦੇ ਖਿਲਾਫ ਕੇਸ ਨੂੰ ਵਾਪਸ ਲੈਣਾ ਪੈ ਜਾਂਦਾ ਹੈ, ਉਸ ਤੋਂ ਬਾਅਦ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਬਚੇਗਾ ਕੀ? उसकी तो फूक पहले ही निकल चुकी होनी है उस स्थिति दे विच। सो एक बड़ा एक टेस्ट केस है इत्थे, एक जिहनूं कहंदे ने कसौटी कसल वट्टी जिहड़ी हुंदी है, ये ਉਹ ਲੈਵਲ ਤੇ ਆ ਕੇ ਗੱਲਬਾਤ ਖੜੀ ਹੈ ਤੇ ਇੱਥੇ ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਜਿਹੜਾ ਸਿਆਸੀ ਸਮਰਥਨ, ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਉਹਨੂੰ ਜਿਹੜਾ ਸਿਆਸੀ ਸਮਰਥਨ ਇਸ ਵਕਤ ਮਿਲਣ ਦੀ ਲੋੜ ਹੈ। ਇਹ ਜਿਹੜੇ ਮੈਂ ਪ੍ਰਤਾਪ ਸਿੰਘ ਬਾਜਵੇ ਵਰਗੇ ਕੁਝ ਲੀਡਰਾਂ ਦੇ ਬਿਆਨ ਵਗੈਰਾ ਦੇਖ ਰਿਹਾ ਸੀ, ਉਹ ਵੀ ਸਿਆਸੀ ਟਿੱਚਰਬਾਜ਼ੀਆਂ ਜਿਹੜੀਆਂ ਪਹਿਲਾਂ ਕਰਦੇ ਆਏ ਨੇ ਹਰ ਕੇਸਾਂ ਦੇ ਵਿੱਚ ਹੁੰਦੀ ਰਹੀ ਹੈ। ਸਾਰੇ ਲੀਡਰ ਕ੍ਰਾਸ ਦਾ ਬੋਰਡ ਇਹ ਗੱਲ ਕਹਿ ਰਹੇ ਨੇ ਕਿਉਂਕਿ ਇਹ ਲੋਕ ਆਪਣੇ ਸਿਆਸੀ ਮਫਾਦਾਂ ਕਰਕੇ, ਸਾਰੀ ਮੈਂ ਆਪੋਜੀਸ਼ਨ ਦੀ ਗੱਲ ਕਰਦਾ ਪਿਆ, ਉਹ ਇਹ ਸਾਬਤ ਕਰਨਾ ਚਾਹ ਰਹੇ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਰਕਾਰ ਠੀਕ ਨਹੀਂ ਚੱਲ ਰਹੀ। ਇਹ ਉਹਨਾਂ ਦਾ ਮੇਨ ਨਟ ਹੈ, ਕਰਕਸ ਹੈ। ਸ਼ਾਇਦ ਗਵਰਨਰ ਨੂੰ ਵੀ ਜਿਹੜੀ ਉਹਨਾਂ ਨੇ ਚਿੱਠੀ ਲਿਖਿਆ ਉਸ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਤੋਂ ਕੰਮ ਨਹੀਂ ਹੋ ਪਾ ਰਿਹਾ। ਮੁੱਦਾ ਇੱਕ ਬੜੇ ਵੱਡੇ ਕਲੈਸ਼ ਦਾ ਹੈ, ਇੱਕ ਅਫਸਰਸ਼ਾਹੀ, ਕੁਝ ਕਰਪਟ ਅਫਸਰ, ਕਥਿਤ ਤੌਰ ਤੇ ਕਰਪਟ ਅਫਸਰਾਂ ਦੇ ਜੇ ਪਿੱਛੇ ਬੈਕ ਖੜੀ ਹੋ ਜਾਂਦੀ ਆ ਕੇ ਤੇ ਆਪਾਂ ਕਹਿ ਸਕਦੇ ਵੀ ਜੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਨੂੰ ਇੱਕ ਕਨਫਰੰਟੇਸ਼ਨ ਦੇ ਰੂਪ ਵਿੱਚ ਲੈ ਕੇ ਸਿਆਸੀ ਪਾਰਟੀਆਂ ਨੂੰ ਮੁੱਖ ਮੰਤਰੀ ਦਾ ਸਾਥ ਇਸ ਵਾਸਤੇ ਨਹੀਂ ਦੇਣਾ ਚਾਹੀਦਾ ਕਿ ਉਹ ਸਹੀ ਕਰ ਰਹੇ ਗਲਤ ਕਰ ਰਹੇ ਨੇ, ਬਲਕਿ ਜੇ ਉਹ ਗੱਲ ਕਰਪਸ਼ਨ ਨੂੰ ਦੂਰ ਕਰਨ ਦੇ ਨਜ਼ਰੀਏ ਦੇ ਨਾਲ ਮੁੱਖ ਮੰਤਰੀ ਦਾ ਸਾਥ ਦੇਣ ਦੀ ਗੱਲ ਹੀ ਨਹੀਂ। ਮੈਂ ਤਾਂ ਕਹਿੰਦਾ ਇਸ ਵਕਤ ਵਿਜੀਲੈਂਸ ਬਿਊਰੋ ਦੇ ਜਿਹੜੇ ਡਾਇਰੈਕਟਰ ਨੇ ਵਰਿੰਦਰ ਕੁਮਾਰ, ਇਹ ਤਾਂ ਉਹਨਾਂ ਦੇ ਪਿੱਛੇ ਖੜਨ ਦੀ, ਉਹਨਾਂ ਦੇ ਨਾਲ ਖੜਨ ਦੀ ਗੱਲਬਾਤ ਹੈ। ਜੇ ਤੁਸੀਂ ਇਸ ਵਕਤ ਪਿੱਛੇ ਹਟ ਜਾਂਦੇ ਹੋ,
ਉਹ ਚਾਹੇ ਉਹਦੇ ਚ ਪੋਲੀਟੀਕਲ ਕਲਾਸ ਪਿੱਛੇ ਹਟੇ, ਚਾਹੇ ਖੁਦ ਮੁੱਖ ਮੰਤਰੀ ਪਿੱਛੇ ਹਟ ਜਾਣ, ਕੋਈ ਵੱਡੀ ਗੱਲ ਨਹੀਂ। ਐਡੇ ਸੀਨੀਅਰ ਪ੍ਰਭਾਵਸ਼ਾਲੀ ਜਿਹੜੇ IAS ਅਫਸਰਾਂ ਦੇ ਸਾਹਮਣੇ ਮੁੱਖ ਮੰਤਰੀਆਂ ਦੀ ਅੱਗੇ ਕਿੰਨੀ ਚੱਲਦੀ ਰਹੀ ਹੈ, ਤੇ ਉਹਨਾਂ ਨੇ ਇਹਨਾਂ ਨੂੰ ਗਾਈਡ ਕਰਨਾ, ਇਹਨਾਂ ਨੂੰ ਤਾਂ ਫਾਈਲਾਂ ਤੱਕ ਪੜ੍ਹਨੀਆਂ ਨਹੀਂ ਆਉਂਦੀਆਂ। ਇਹੀ ਅਫਸਰ ਸਭ ਕੁਝ ਸਮਝਾਉਂਦੇ ਬੁਝਾਉਂਦੇ ਰਹੇ ਨੇ। ਸਾਰੇ SCM ਦੀ ਮੈਂ ਗੱਲ ਕਰ ਰਿਹਾ, ਇਕੱਲੇ ਇਸੇ ਮੁੱਖ ਮੰਤਰੀ ਦੀ ਗੱਲ ਨਹੀਂ ਕਰਦਾ ਪਿਆ। ਸੋ ਜਦੋਂ ਇਹੋ ਜਿਹੇ ਪ੍ਰਭਾਵਸ਼ਾਲੀ ਜਾਂ ਇਨਫਲੂਐਂਸ਼ੀਅਲ ਅਫਸਰਾਂ ਦੇ ਥੱਲੇ ਤੁਹਾਨੂੰ ਚੁੱਕਣਾ ਪੈ ਜਾਏਗਾ, ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇਸ ਸਿਸਟਮ 'ਚੋਂ ਟੁੱਟੇਗਾ। ਜਿਸ ਤਰੀਕੇ ਦੇ ਨਾਲ ਅਫਸਰ ਲਾਮਬੰਦ ਹੋਏ ਨੇ, ਇਹਨਾਂ ਦੀ ਜਿਹੜੀ ਗਰੁੱਪਿੰਗ ਗੈਂਗ ਅਪ ਹੋਏ ਨੇ, ਇਹ ਜ਼ਿਆਦਾ ਚਿੰਤਾਜਨਕ ਹੈ ਤੇ ਇਸ ਦੇ ਖਿਲਾਫ ਡਟ ਕੇ ਖੜਨ ਦੀ ਲੋੜ ਹੈ, ਨਾ ਕਿ ਇਹਨਾਂ ਦੇ ਸਾਹਮਣੇ ਹਥਿਆਰ ਪਾਉਣ ਦੀ ਲੋੜ ਹੈ। ਬਾਕੀ ਜਿੱਥੇ ਗੱਲ ਟੈਕਨੀਕਲ ਤੇ ਲੀਗੈਲਿਟੀਜ਼ ਦੀ ਰਹਿ ਗਈ, ਮੈਂ ਇਸ ਨੂੰ ਇੱਕ ਚੀਜ਼ ਮੰਨਦਾ ਹਾਂ ਕਿ ਅਫਸਰਾਂ ਨੂੰ ਇੱਕ ਫਰਾਕ ਦਿਲੀ ਦਾ ਸਬੂਤ ਦੇਣਾ ਚਾਹੀਦਾ ਸੀ। ਇਸ ਚੀਜ਼ ਨੂੰ ਇਤਰਾਜ਼ ਦੇ ਤੌਰ ਤੇ ਮੁੱਖ ਮੰਤਰੀ ਦੇ ਨਾਲ ਚੁੱਕਣ ਦੇ ਵਿੱਚ ਕੋਈ ਹਰਜ ਨਹੀਂ ਸੀ ਕਿ ਤੁਸੀਂ ਸੈਂਕਸ਼ਨਸ ਲੈਣੀਆਂ ਬੰਦ ਕਰਤੀਆਂ, ਵਿਜੀਲੈਂਸ ਬਿਊਰੋ ਮਨਮਾਨੇ ਤਰੀਕੇ ਦੇ ਨਾਲ ਕੰਮ ਕਰਦਾ ਪਿਆ। ਲੇਕਿਨ ਜਦੋਂ ਸ਼ਰਤਾਂ ਲਿਖ ਕੇ ਦੇਤੀਆਂ ਜਾਨੂੰ, ਜਿਹੜੇ PCS ਅਫਸਰ ਦੇ ਕੇਸ ਦੇ ਵਿੱਚ 4 ਸ਼ਰਤਾਂ ਲਿਖ ਕੇ ਦੇ ਕੇ ਆਏ ਨੇ, ਇਸ ਨੂੰ ਸ਼ਰੇਆਮ ਬਲੈਕਮੇਲਿੰਗ ਨਾ ਕਿਹਾ ਜਾਏ ਤਾਂ ਇਹਦਾ ਮਤਲਬ ਕੀ ਲਾਇਆ ਜਾਏ? ਕੀ ਤੁਸੀਂ ਕੋਈ ਜਥੇਬੰਦੀ ਨੂੰ ਕਿਸੇ ਕਰਪਟ ਅਫਸਰ ਦੇ ਪਿੱਛੇ ਇਹ ਖੜਾ ਹੋ ਕੇ ਕਹਿੰਦਾ ਸੁਣ ਸਕਦੇ ਹੋ ਕਿ ਇਹਨਾਂ ਐਸੋਸੀਏਸ਼ਨ ਕੋਲ, ਇਹਨਾਂ ਜਥੇਬੰਦੀਆਂ ਕੋਲ ਇਹ ਅਖਤਿਆਰ ਹੈ, ਜਾਂ ਇਹਨਾਂ ਦੀ ਜਿਹੜੀ ਆਪਣੀ ਅੰਡਰਸਟੈਂਡਿੰਗ ਹੈ ਇਸ ਕੇ ਅਫਸਰ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਐਡੀ ਜ਼ਿਆਦਾ ਹੈ ਕਿ ਇਹ ਕਾਗਜ਼ ਦੇ ਉੱਤੇ ਲਿਖ ਕੇ ਦੇ ਸਕਦੇ ਨੇ ਕਿ ਅਫਸਰ ਬਹੁਤ ਸਾਫ਼ ਸੁਥਰਾ ਹੈ, ਈਮਾਨਦਾਰ ਹੈ, ਉਸ ਅਫਸਰ ਨੇ ਕੁਝ ਗਲਤ ਨਹੀਂ ਕੀਤਾ, ਉਸ ਦੇ ਖਿਲਾਫ ਪਰਚਾ ਵਿਡਰਾ ਕਰੋ, ਉਸ ਨੂੰ ਜੇਲ੍ਹ ਚੋਂ ਰਿਹਾ ਕਰੋ ਤੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਕਰੋ। ਐਡੀ ਕਲੈਰਿਟੀ ਦੇ ਨਾਲ ਤੁਸੀਂ ਆਪਣੇ ਲੈਟਰ ਹੈਡ ਦੇ ਉੱਤੇ ਲਿਖ ਕੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਫੜਾਏ ਜਾਂਦੇ ਹੋ। ਇਹ ਤਾਂ ਗਲੇ 'ਚ, ਜਿਵੇਂ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਗਲ 'ਚ ਗੂਠਾ ਦੇਣ ਵਾਲੀ ਸਥਿਤੀ ਹੈ ਤੇ ਇਹਦੇ ਸਾਹਮਣੇ ਤਾਂ ਡਟਣ ਦੀ ਸਭ ਨੂੰ ਲੋੜ ਹੈ ਇਸ ਵਕਤ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਤੇ ਦੱਸਣ ਵਾਸਤੇ। ਤਾਂ ਰਿਤੇਸ਼, ਥੈਂਕ ਯੂ। ਤਾਂ ਹੁਣ ਦੇਖਣਾ ਇਹ ਹੋਵੇਗਾ, ਇਹ ਜਿਹੜਾ ਸਟੈਂਡ ਆਫ ਹੈ, ਇਹ ਜਿਹੜਾ ਡੈਡਲੌਕ ਹੈ ਬਿਊਰੋਕ੍ਰੇਸੀ ਤੇ ਪੰਜਾਬ ਸਰਕਾਰ ਦੇ ਵਿਚਾਲੇ, ਕਦੋਂ ਖਤਮ ਹੁੰਦਾ ਹੈ, ਕਦੋਂ